ਹਾਂਜੀ, ਬੁੱਧ ਜੀਵਨ ਅਤੇ ਸਿੱਖਿਆਵਾਂ ਗਰੁੱਪ ਦੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾ ਐਂਡ ਗੁੱਡ ਮਾਰਨਿੰਗ ਸਾਥੀਓ। ਮੈਂ ਨਿਊਜ਼ੀਲੈਂਡ ਤੋਂ ਸੁਖਦੇਵ ਬੱਦਨ। ਕੱਲ੍ਹ ਮੈਂ ਆਪਣੇ ਸਤਿਕਾਰਯੋਗ ਸਾਥੀ ਬਲਵਿੰਦਰ ਜੀ ਹੋਣਾ ਦੀ ਪੋਸਟਾਂ ਦੋ ਸੁਣੀਆਂ ਸੀਗੀਆਂ, ਜਿਨ੍ਹਾਂ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਨੂੰ ਸਮਝਣਾ ਬਹੁਤ ਸੌਖਾ ਆ, ਪਰ ਉਹਦੇ ਲਈ ਸਾਨੂੰ ਪੜ੍ਹਨਾ ਪਵੇਗਾ, ਉਹਦੇ ਲਈ ਸਾਨੂੰ ਸੁਣਨਾ ਪਵੇਗਾ। ਔਰ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਵੀ ਪੁਰਖਿਆਂ ਦੀ ਅਕਸਰ ਵਿਚਾਰਧਾਰਾ ਹੈ ਕੀ ਆ, ਕਿਉਂਕਿ ਅਜੇ ਤੱਕ ਸਾਡੇ ਸਮਾਜ ਦੇ ਲੋਕਾਂ ਨੂੰ ਬਹੁਤਾਤ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਵਿਚਾਰਧਾਰਾ ਹੁੰਦੀ ਕੀ ਆ, ਵੀ ਸਾਡੇ ਪੁਰਖੇ ਕੀ ਕਰਨਾ ਚਾਹੁੰਦੇ ਸੀਗੇ ਤਾਂ ਕੀ ਉਹਨਾਂ ਨੇ ਕੀਤਾ। ਉਹਨਾਂ ਦੀ ਜਿਹੜੀ ਜੰਗ ਸੀਗੀ, ਜਿਹੜਾ ਉਹਨਾਂ ਦੀ ਬਗਾਵਤ ਸੀ, ਕਿਹੜੀ ਵਿਵਸਥਾ ਦੇ ਖਿਲਾਫ ਸੀ, ਕੀ ਉਹ ਸਾਰਿਆਂ ਲਈ ਬਰਾਬਰ ਦੇ ਹੱਕ ਚਾਹੁੰਦੇ ਸੀਗੇ, ਸਾਰਿਆਂ ਦੇ ਲਈ ਬਹੁਜਨ ਹਿਤਾਏ ਬਹੁਜਨ ਸਿਖਾਏ ਦਾ ਸਿਧਾਂਤ ਜਿਹੜਾ ਸਭ ਦੇ ਸੁੱਖ ਦੀ ਗੱਲ ਕਰਦੇ ਸੀਗੇ, ਤੇ ਉਹ ਸਾਰਿਆਂ ਲਈ ਬਰਾਬਰ ਹਿਊਮਨ ਰਾਈਟ ਚਾਹੁੰਦੇ ਸੀਗੇ। ਰੱਬ ਨੂੰ ਪ੍ਰਾਪਤ ਕਰਨਾ ਉਹਨਾਂ ਦਾ ਮਿਸ਼ਨ ਨਹੀਂ ਸੀਗਾ। ਜੇ ਰੱਬ ਦੀ ਉਹਨਾਂ ਨੇ ਗੱਲ ਵੀ ਕੀਤੀ ਤਾਂ ਉਹ ਕਿਹੜੇ ਰੱਬ ਦੀ ਗੱਲ ਕੀਤੀ ਆ? ਇੱਕ ਰੱਬ ਉਹ ਸੀਗਾ ਜਿਹੜਾ ਕਹਿੰਦਾ ਵੀ ਉਹ ਕਿਤੇ ਦੂਰ ਅਸਮਾਨ 'ਚ ਬੈਠਾ ਆ, ਉਹ ਹੀ ਸਭ ਕੁਝ ਕਰਦਾ ਆ, ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਚੱਲਦਾ, ਉਹਦੀਆਂ ਅਰਦਾਸ ਬੇਨਤੀਆਂ ਕਰੋ। ਇੱਕ ਰੱਬ ਉਹ ਆ ਜਿਹੜਾ ਕਹਿੰਦਾ ਤੂੰ ਆਪ ਕਰਨਾ, ਤੂੰ ਆਪ ਰੱਬ ਆ, ਤੈਨੂੰ ਕੁਛ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਨਹੀਂ। ਤੇ ਸਾਡੇ ਪੁਰਖਿਆਂ ਦਾ ਕਿਹੜਾ ਰੱਬ ਸੀ, ਇਹ ਸਾਨੂੰ ਸਮਝਣਾ ਪਊਗਾ ਵੀ ਗੁਰੂ ਸਾਹਿਬ ਕਿਹੜੇ ਰੱਬ ਦੀ ਗੱਲ ਕਰਦੇ ਆ। ਜਦੋਂ ਸਾਨੂੰ ਉਹ ਵਿਚਾਰਧਾਰਾ ਦਾ ਪਤਾ ਲੱਗ ਗਿਆ ਤਾਂ ਫਿਰ ਸਾਡੇ ਲਈ ਸੌਖਾ ਹੋ ਜਾਊਗਾ ਬਈ ਬੁੱਧ ਤੋਂ ਲੈ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਤੱਕ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਇੱਕ ਸੀ। ਕਿਉਂਕਿ ਅਸੀਂ ਜਾਣਦੇ ਹੀ ਹਾਂ ਬਈ ਸਦੀਆਂ ਤੋਂ ਸਾਨੂੰ ਧਾਰਮਿਕ ਸਥਾਨਾਂ ਤੇ ਮੰਦਰਾਂ ਤੇ ਵੰਡ ਨਹੀਂ ਦਿੱਤਾ ਗਿਆ, ਸਾਨੂੰ ਅੱਛਾ ਖਾਣ ਨਹੀਂ ਦਿੱਤਾ ਗਿਆ, ਅੱਛਾ ਪਹਿਨ ਨਹੀਂ ਦਿੱਤਾ ਗਿਆ, ਘਰ ਨਹੀਂ ਬਣਾਉਣ ਦਿੱਤੇ, ਧਨ ਨਹੀਂ ਰੱਖਣ ਦਿੱਤਾ, ਈਵਨ ਰਾਹਾਂ ਤੇ ਨਹੀਂ ਤੁਰਨ ਦਿੱਤਾ ਸਦੀਆਂ ਤੋਂ। ਔਰ ਜਦੋਂ ਅਸੀਂ ਥੋੜ੍ਹੇ ਜਿਹੇ ਸੌਖੇ ਹੋਏ ਆ ਤਾਂ ਅਸੀਂ ਆਪਣੇ ਧਾਰਮਿਕ ਸਥਾਨ ਬਣਾਉਣੇ ਸ਼ੁਰੂ ਕੀਤੇ ਆਜ਼ਾਦੀ ਤੋਂ ਬਾਅਦ। ਅਸੀਂ ਆਪਣੇ ਗੁਰੂਆਂ ਦੇ ਨਾਂ 'ਤੇ ਗੁਰੂ ਘਰ ਬਣਾਏ ਤੇ ਡੇਰੇ ਬਣਾਏ। ਅਸੀਂ ਕਹਿੰਦੇ ਸੀ ਵੀ ਸਾਨੂੰ ਉਹਨਾਂ ਡੇਰਿਆਂ 'ਚ ਜਾਂ ਹਿੰਦੂਆਂ ਦੇ ਮੰਦਰਾਂ 'ਚ ਵੜਨ ਨਹੀਂ ਦਿੰਦੇ, ਅਸੀਂ ਆਪਣੇ ਸਥਾਪਿਤ ਕਰ ਲਏ ਤਾਂ ਕਿ ਅਸੀਂ ਆਪਣੇ ਗੁਰੂਆਂ ਦੀ, ਆਪਣੇ ਰਹਿਬਰਾਂ ਦੀ ਵਿਚਾਰਧਾਰਾ ਦੀ ਗੱਲ ਕਰੀਏ। ਪਰ ਹੋਇਆ ਕੀ, ਅਸੀਂ ਆਪਣੇ ਪੁਰਖਿਆਂ ਦਾ ਨਾਂ ਲੈ ਕੇ, ਆਪਣੇ ਗੁਰੂਆਂ ਦਾ ਨਾਂ ਲੈ ਕੇ ਅਗਿਆਨਤਾ ਬਸ ਬ੍ਰਾਹਮਣ ਦੀ ਵਿਚਾਰਧਾਰਾ ਨੂੰ ਹੀ ਫੈਲਾਉਣ ਲੱਗ ਪਏ, ਜਿਹਾ ਕਿ ਸਾਡੇ ਗੁਰਦੁਆਰਿਆਂ ਔਰ ਡੇਰਿਆਂ 'ਚ ਜਾਂ ਗੁਰੂ ਘਰਾਂ 'ਚ ਹੋ ਰਿਹਾ ਆ। ਕਿਉਂਕਿ ਇਹਦਾ ਕਾਰਨ ਇਹ ਹੈ ਵੀ ਸਾਨੂੰ ਆਪਣੇ ਪੁਰਖਿਆਂ ਦੀ ਵਿਚਾਰਧਾਰਾ ਦਾ ਹਜੇ ਤੱਕ ਪਤਾ ਹੀ ਨਹੀਂ ਲੱਗਾ। ਪਰ ਬ੍ਰਾਹਮਣ ਨੂੰ ਪਤਾ ਲੱਗ ਗਿਆ ਸੀ ਵੀ ਤਥਾਗਤ ਬੁੱਧ ਤੋਂ ਲੈ ਕੇ ਗੁਰੂ ਰਵਿਦਾਸ ਜੀ ਔਰ ਉਹਨਾਂ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਦਕਰ ਤੱਕ ਇਹ ਸਾਰੇ ਪੁਰਖਿਆਂ ਦੀ ਵਿਚਾਰਧਾਰਾ ਇੱਕ ਆ। ਇਸ ਲਈ ਉਸਨੇ ਬੜੀ ਪਲੈਨਿੰਗ ਤਹਿਤ ਇੱਦਾਂ ਦੀਆਂ ਕਥਾ ਕਹਾਣੀਆਂ ਘੜੀਆਂ ਵੀ ਸਾਡੇ ਪੁਰਖਿਆਂ ਨੂੰ ਰੱਬ ਦੇ ਭਗਤ, ਭਜਨ ਬੰਦਗੀ ਕਰਨ ਵਾਲੇ ਔਰ ਚਮਤਕਾਰ ਕਰਨ ਵਾਲੇ ਸਥਾਪਿਤ ਕਰ ਦਿੱਤਾ। ਇੱਦਾਂ ਦੇ ਗ੍ਰੰਥ ਲਿਖੇ ਗਏ, ਚਾਹੇ ਉਹ ਨਰੈਣ ਸਿੰਘ ਸ਼ਾਸਤਰੀ ਨੇ ਲਿਖੇ ਆ, ਚਾਹੇ ਉਹ ਗੁਰੂ ਭਗਤ ਮਾਲਾ ਆ ਜਾਂ ਹੋਰ। ਔਰ ਸਾਡੇ ਸੰਤ ਮਹਾਂਪੁਰਸ਼ ਪ੍ਰਚਾਰਕਾਂ ਨੇ ਉਹੀ ਗ੍ਰੰਥ ਪੜ੍ਹੇ ਆ ਔਰ ਸਾਨੂੰ ਉਹਨਾਂ ਮਨ ਘੜਤ ਕਹਾਣੀਆਂ ਦੇ ਵਿੱਚ ਸੁਰਗ ਨਰਕ 84 ਲੱਖ ਜੂਨ ਅਗਲਾ ਪਿਛਲੇ ਜਨਮ ਦੇ ਵਿੱਚ ਗਰਕ ਕਰ ਦਿੱਤਾ ਵੀ ਜਿਹੜੇ ਦੁੱਖ ਆ, ਤੁਹਾਡੀਆਂ ਤਕਲੀਫਾਂ ਹੈ, ਪਿਛਲੇ ਕਰਮ ਦਾ, ਜਨਮ ਦੇ ਕਰਮਾਂ ਦਾ ਫਲ ਆ, ਤੁਸੀਂ ਭਜਨ ਕਰੋ। ਪਰ ਜਿਹੜੀ ਸਾਡੇ ਸਤਿਗੁਰਾਂ ਦੀ ਅਸਲੀ ਵਿਚਾਰਧਾਰਾ ਸੀ, ਉਹ ਜਿਹੜੀ ਇੱਕ ਬਗਾਵਤ ਸੀ ਬਰਾਬਰ ਦੇ ਹੱਕ ਲੈਣ ਲਈ, ਉਹਦੇ ਬਾਰੇ ਸਾਨੂੰ ਨਹੀਂ ਦੱਸਿਆ। ਇੱਥੇ ਹੀ ਚੁੱਕ ਗਏ। ਸਾਡੇ ਸੰਤ ਬਾਬੇ ਬਹੁਤੇ ਪੜ੍ਹੇ ਨਹੀਂ ਸੀਗੇ, ਜਾਂ ਜਿਹੜੇ ਪੜ੍ਹੇ ਵੀ ਸੀ ਤਾਂ ਉਹਨਾਂ ਨੇ ਉਹੀ ਕਥਾ ਕਹਾਣੀਆਂ ਪੜ੍ਹੀਆਂ ਜਿਹੜੀਆਂ ਬਾਹਮਣ ਨੇ ਲਿਖੀਆਂ ਸੀ ਤੇ ਉਹੀ ਪ੍ਰਚਾਰੀਆਂ।
ਤੇ ਆਪਣੇ ਗੁਰੂ ਸਾਹਿਬਾਂ ਦੀ ਬਾਣੀ ਨੂੰ ਉਹਨਾਂ ਨੇ ਆਪ ਨਹੀਂ ਪੜ੍ਹਿਆ, ਨਾ ਉਹਦੇ ਅਰਥ ਕੀਤੇ। ਜਿਹੜੀ ਵਿਵਸਥਾ ਦਾ ਵਿਰੋਧ ਸਾਡੇ ਪੁਰਖਿਆਂ ਨੇ ਸਾਰੀ ਉਮਰ ਸਾਰੇ ਜੀਵਨ ਕੀਤਾ, ਅਸੀਂ ਉਸ ਵਿਵਸਥਾ ਨੂੰ ਪੱਕੇ ਕਰਨ ਤੇ ਲੱਗ ਗਏ। ਜਿਹੜਾ ਕੰਮ ਬਾਹਮਣ ਦਾ ਨਾਮ ਲੈ ਕੇ ਬ੍ਰਾਹਮਣ ਕਰਦਾ ਸੀ, ਅਸੀਂ ਗੁਰੂ ਰਵਿਦਾਸ ਜੀ ਦਾ, ਕਬੀਰ ਸਾਹਿਬ ਦਾ ਨਾਮ ਲੈ ਕੇ ਕਰਨ ਲੱਗ ਪਏ। ਔਰ ਜਿਸ ਅਵਤਾਰਵਾਦ ਦਾ ਵਿਰੋਧ ਬੁੱਧ ਕਰਦੇ ਸੀ ਵੀ ਨਾ ਸੁਰਗ ਨਾ ਨਰਕ ਨਾ 84 ਲੱਖ ਜੂਨ, ਨਾ ਆਤਮਾ ਨਾ ਪਰਮਾਤਮਾ ਨਾ ਪੁਨਰ ਜਨਮ, ਤੇ ਬ੍ਰਾਹਮਣ ਨੇ ਉਹਨਾਂ ਨੂੰ 23ਵਾਂ ਅਵਤਾਰ ਬਣਾਤਾ ਵਿਸ਼ਨੂੰ ਦਾ। ਅਸੀਂ ਮੰਨ ਗਏ ਕਿਉਂਕਿ ਅਸੀਂ ਪੜ੍ਹਿਆ ਨਹੀਂ। ਔਰ ਜਿਹੜੇ ਵੇਦਾਂ ਨੂੰ ਬੁੱਧ ਨੇ ਰੱਦ ਕੀਤਾ, ਗੁਰੂ ਰਵਿਦਾਸ ਜੀ ਨੇ ਰੱਦ ਕੀਤਾ, ਕਬੀਰ ਸਾਹਿਬ ਨੇ ਰੱਦ ਕੀਤਾ, ਔਰ ਬਾਬਾ ਸਾਹਿਬ ਨੇ ਰੱਦ ਕੀਤਾ, ਅਸੀਂ ਉਹਨਾਂ ਦੀਆਂ ਕਥਾ ਕਹਾਣੀਆਂ ਨੂੰ ਮੰਨਣ ਲੱਗ ਪਏ। ਕਿਉਂਕਿ ਬੁੱਧ ਕਹਿੰਦੇ ਆ ਵੇਦ ਮਾਰੂ ਥਲਿਆ, ਗੁਰੂ ਰਵਿਦਾਸ ਕਹਿੰਦੇ ਆ ਚਾਰੇ ਵੇਦ ਕੀਏ ਖੰਡੌਤ, ਜਨ ਰਵਿਦਾਸ ਕਰੇ ਡੰਡੌਤ। ਕਬੀਰ ਸਾਹਿਬ ਕਹਿੰਦੇ ਆ ਵੇਦ ਕੀ ਪੁੱਤਰੀ ਸਿਮਰਤੀ ਭਾਈ, ਸਾਕਲ ਜੇਵਰੀ ਲੈ ਕੇ ਆਈ। ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਹਿੰਦੇ ਆ ਵੇਦ ਮਾਰੂ ਥਲਿਆ, ਵੇਦ ਨਖਿੱਧ ਗ੍ਰੰਥ ਆ। ਜੇ ਸਾਨੂੰ ਬੁੱਧ ਦੀ ਗੱਲ ਨਹੀਂ ਸਮਝ ਲੱਗੀ, ਗੁਰੂ ਰਵਿਦਾਸ ਦੀ ਗੱਲ ਸਮਝ ਨਹੀਂ ਲੱਗੀ, ਕਬੀਰ ਸਾਹਿਬ ਦੀ ਸਮਝ ਨਹੀਂ ਲੱਗੀ, ਨਾਮਦੇਵ ਜੀ ਦੀ ਸਮਝ ਨਹੀਂ ਲੱਗੀ, ਗੁਰੂ ਨਾਨਕ ਦੀ ਗੱਲ ਸਮਝ ਲੱਗੀ, ਤਾਂ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਗੱਲ ਤਾਂ ਸਮਝ ਲੈਣੀ ਚਾਹੀਦੀ ਆ ਨਾ। ਚਲੋ ਬਾਣੀ ਔਖੀ ਹੈ, ਅਸੀਂ ਨਹੀਂ ਪੜ੍ਹ ਸਕਦੇ। ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਕਿਤਾਬ ਰਿਲੀਜਨ ਹਿੰਦੂ ਆਪਾਂ ਪੜ੍ਹ ਲਈਏ, ਰਿਲੀਜਨ ਹਿੰਦੂਇਜ਼ਮ, ਉਹਦੇ ਵਿੱਚ ਬਾਬਾ ਸਾਹਿਬ ਨੇ ਹਿੰਦੂਆਂ ਦੇ ਸਾਰੇ ਗ੍ਰੰਥ ਪੜ੍ਹ ਕੇ ਰਾਮ ਕ੍ਰਿਸ਼ਨ ਦੀ ਕੀ ਪਹੇਲੀ ਆ, ਵੇਦਾਂ ਦੀ ਕੀ ਪਹੇਲੀ ਆ, ਗੀਤਾ ਦੀ ਕੀ ਪਹੇਲੀ ਆ, ਇੱਕ ਇੱਕ ਭਗਵਾਨ ਨੂੰ ਧੋ ਦਿੱਤਾ। ਔਰ ਸਬੂਤਾਂ ਸਹਿਤ ਉਹਨਾਂ ਦੇ ਗ੍ਰੰਥਾਂ 'ਚੋਂ ਗੱਲਾਂ ਚੱਕ ਕੇ ਉਹ ਆਪਾਂ ਪੜ੍ਹ ਲਈਏ। ਇਹਦਾ ਮਤਲਬ ਅਸੀਂ ਆਪਣੇ ਪੁਰਖਿਆਂ ਨੂੰ ਪੜ੍ਹਿਆ ਨਹੀਂ, ਇਸ ਲਈ ਅਸੀਂ ਅਗਿਆਨੀ ਆ। ਮੈਂ ਅਗਲੀ ਪੋਸਟ ਗੱਲ ਕਰਦਾ। ਬੁੱਧ ਗੱਲ ਕਰਦੇ ਆ ਵੀ ਪਾਣੀ ਤੋਂ ਬਿਨਾਂ ਜੀਵਨ ਨਹੀਂ। ਬੁੱਧ ਨੂੰ ਗਿਆਨ ਇਹੀ ਹੋਇਆ ਸੀਗਾ ਵੀ ਜਿੰਨੀ ਦੇ ਸਰੀਰ ਦੇ ਵਿੱਚ ਅਸੀਂ ਕੁਝ ਖਾਂਦੇ ਨਹੀਂ, ਊਰਜਾ ਨਹੀਂ ਪੈਦਾ ਹੁੰਦੀ। ਇਹ ਕਾਰਨ ਆ, ਇਹ ਗਿਆਨ ਆ। ਦੁੱਖ ਕਿਉਂ ਹਨ, ਦੁੱਖਾਂ ਦਾ ਕਾਰਨ ਹੈ, ਔਰ ਦੁੱਖਾਂ ਦਾ ਨਿਰਵਾਣ ਹੈ, ਦੁੱਖਾਂ ਦਾ ਇਲਾਜ ਹੈ। ਇਹ ਗੱਲ ਗੁਰੂ ਰਵਿਦਾਸ ਜੀ ਕਹਿੰਦੇ ਆ, ਇਹੀ ਗੱਲ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਆ, ਇਹੀ ਗੱਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਹਿੰਦੇ ਆ ਵੀ ਸਾਡੀ ਗੁਲਾਮੀ ਕਿਉਂ ਆ, ਗੁਲਾਮੀ ਦਾ ਕਾਰਨ ਆ। ਗੁਰੂ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਆ, ਲੇਕਿਨ ਸਾਨੂੰ ਸਮਝ ਨਹੀਂ ਲੱਗੀ ਕਿਉਂਕਿ ਅਸੀਂ ਪੜ੍ਹਿਆ ਨਹੀਂ। ਔਰ ਗੁਰੂ ਰਵਿਦਾਸ ਜੀ ਕਹਿੰਦੇ ਵੀ ਬ੍ਰਾਹਮਣ ਦੇ ਗੁਣ 3 ਆ। ਕਹਿ ਰਵਿਦਾਸ ਸੁਨੂਰੇ ਸੰਤੋ ਬ੍ਰਾਹਮਣ ਕੇ ਗੁਣ 3, ਮਨ ਹਰ ਲੈ ਤਨ ਹਰ ਲੈ ਮਤ ਵੀ ਲੈ ਜੇ ਸੀਨ। ਉਹ ਜਿੱਦਾਂ ਦੀਆਂ ਪ੍ਰਸਥਿਤੀਆਂ ਹੁੰਦੀਆਂ ਆ ਉਦਾਂ ਦਾ ਹਥਿਆਰ ਵਰਤ ਕੇ, ਸ਼ਾਮ ਦਾਮ ਦੰਦ ਭੇਦ ਵਰਤ ਕੇ ਮਨੁੱਖਾਂ ਨੂੰ ਗੁਲਾਮ ਕਰ ਲੈਂਦਾ ਆ। ਜਦੋਂ ਦੇਖਿਆ ਵੀ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਕ੍ਰਾਂਤੀ ਦੀ ਆ, ਬਗਾਵਤ ਦੀ ਆ, ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੀ ਆ, ਮਨੁੱਖੀ ਅਧਿਕਾਰਾਂ ਦੀ ਆ, ਤਾਂ ਉਹਨੇ ਕਾਊਂਟਰ ਰੈਵੋਲਿਊਸ਼ਨ ਕਰਕੇ ਉਹਨਾਂ ਦੀ ਵਿਚਾਰਧਾਰਾ ਨੂੰ ਭਗਤੀ ਲਹਿਰ 'ਚ ਹੀ ਬਦਲ ਦਿੱਤਾ। ਕਥਾ ਕਹਾਣੀਆਂ ਇੱਦਾਂ ਦੀਆਂ ਘੜਤੀਆਂ ਚਮਤਕਾਰੀ ਵੀ ਸਾਨੂੰ ਗੁਰੂ ਸਾਹਿਬਾਂ ਦਾ ਜੀਵਨ ਦਾ ਅਸਲੀ ਮਕਸਦ ਹੀ ਨਹੀਂ ਪਤਾ ਲੱਗਾ ਵੀ ਉਹਨਾਂ ਦੀ ਕੀ ਫਿਲਾਸਫੀ ਸੀ, ਕੀ ਆਈਡੀਓਲੋਜੀ, ਕੀ ਵਿਚਾਰਧਾਰਾ ਸੀ। ਅਸੀਂ ਅੱਜ ਤੱਕ ਗੁਰੂਆਂ ਨੂੰ ਰੱਬ ਨੂੰ ਪਾਉਣ ਵਾਲੇ ਹੀ ਮੰਨੀ ਜਾਂਦੇ ਆ, ਔਰ ਅਸੀਂ ਉਹਨਾਂ ਨੂੰ ਰੱਬ ਬਣਾਤਾ। ਇੱਥੇ ਹੀ ਚੁੱਕ ਗਏ ਸਾਡੇ ਡੇਰੇਦਾਰ, ਸਾਡੇ ਪ੍ਰਚਾਰਕ, ਸਾਡੇ ਸਾਧ ਸੰਤ। ਔਰ ਜਿਸ ਗੱਲਾਂ ਨੂੰ, ਜਿਹੜੇ ਸੁਰਗ ਨਰਕ ਨੂੰ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਖੰਡਨ ਕਰਦੇ ਆ, ਉਸ ਨੂੰ ਬੁੱਧ ਵੀ ਖੰਡਨ ਕਰਦੇ ਆ। ਔਰ ਜਿਹੜੇ ਦੇਵੀ ਦੇਵਤਿਆਂ ਨੂੰ ਸਾਡੇ ਪੁਰਖੇ ਧੋ ਧੋ ਕੇ ਮਾਰਦੇ ਆ, ਕਲਯੁਗ ਕੇ ਕਾਮੀ ਕਹਿੰਦੇ ਆ। ਤੁਮ ਕਹੀਏ ਤੋ ਜਗਤ ਗੁਰੂ ਸਵਾਮੀ, ਹਮ ਕਹੀਏ ਤੇ ਕਲਯੁਗ ਕੇ ਕਾਮੀ। ਗੌਤਮ ਨਾਰ ਉਮਾਵਤ ਸੁਆਸੀ, ਸੀਸ ਧਰਤ ਪੈ ਸਦਗਾਮੀ। ਸਤਿਗੁਰੂ ਰਵਿਦਾਸ ਕਹਿੰਦੇ ਆ। ਕਬੀਰ ਕਹਿੰਦੇ ਆ ਸੰਤ ਸੁਨੰਦੇ ਅੰਤ ਨੇ ਪਾਇਆ, ਵੇਦ ਪੜੇ ਬ੍ਰਹਮੇ ਜਨਮ ਗਵਾਇਆ। ਸਰਪਨੀ ਉੱਪਰ ਨਹੀਂ ਕੋਈ ਬਲੀਆ, ਬ੍ਰਹਮਾ ਵਿਸ਼ਨੂੰ ਮਹਾਦੇਵ ਛਲੀਆ। ਔਰ ਸਤਿਗੁਰੂ ਨਾਮਦੇਵ शिव शिव करतै जो नर त्यावै, बल्द चढ़े डमरू डमकावै, महामाई की जो पूजा करे, नर से नौर होए औंतरे। ਕਹਿੰਦੇ ਜਿਹੜੇ ਇਹਨਾਂ ਦੀ ਪੂਜਾ ਕਰੂ ਇਦਾਂ ਦੇ ਹੋਣਗੇ। ਭੈਰੋਂ ਭੂਤ ਸੀਤਲਾ ਧਾਵੈ, ਖਾਂਜ ਚੜਿਓ ਖਾਕ ਉਡਾਵੈ।
पांडे तुम्हारी गायत्री लादी का खेत खाती थी, लेके टंडा डगड़ी तोड़ी लंगड़ाती लंगड़ाती जाती सी। पांडे तुम्हारा महादेव, वो भी तौले बल्द पे चढ़िया आबद देखा था। मोदी के कर खाना पाका उसका बेटा मोया था। पांडे तुम्हारा रामचंद, वो भी आबद देखा था। रावण सेती जरवर होई, ਘਰ ਕੀ ਜੋਰੋ ਗਵਾਈ ਥੀ। ਸਾਡੇ ਤਾਂ ਪੁਰਖੇ ਉਹਨਾਂ ਨੂੰ ਕਲਯੁਗ ਦੇ ਕੰਮ ਹੀ ਕਹਿੰਦੇ ਆ, ਉਹਨਾਂ ਨੂੰ ਧੋ ਧੋ ਕੇ ਮਾਰਦੇ ਆ। ਤਾਂ ਅਸੀਂ ਬ੍ਰਾਹਮਣ ਦੇ ਕਹੇ ਉਹਨਾਂ ਨੂੰ ਵਿਸ਼ਨੂੰ ਦੇ ਅਵਤਾਰ ਬਣਾਤਾ, ਜਿਸ ਵਿਸ਼ਨੂੰ ਨੂੰ ਗੁਰੂ ਸਾਹਿਬ ਗਾਲਾਂ ਕੱਢਦੇ ਆ, ਜਿਸ ਕ੍ਰਿਸ਼ਨ ਨੂੰ ਉਹ ਸ੍ਰਿਸ਼ਟੀ ਦਾ ਕਰਤਾ ਕਹਿੰਦੇ ਆ ਬ੍ਰਾਹਮਣ। ਤੇ ਸਾਡੇ ਪੁਰਖਿਆਂ ਨੇ ਕਿਹਾ, ਤੁਮ ਕਹਤੇ ਹੋ ਨੰਦਕ ਨੰਦਨ, ਨੰਦਕ ਨੰਦਨ ਕਾ ਕੋਰੇ, ਧਰਤ न नैन चंद न सूरज तबे नंदन का कोरे, कबीर का स्वामी ऐसा जाए का माई न बापो रे। ਆ ਕ੍ਰਿਸ਼ਨ ਬਾਰੇ ਕਹਿੰਦੇ ਸਾਡੇ ਪੁਰਖੇ ਸਤਿਗੁਰੂ ਕਬੀਰ ਸਾਹਿਬ। ਅਸੀਂ ਉਹਨਾਂ ਨੂੰ ਉਹਨਾਂ ਦੇ ਭਗਤ ਬਣਾਈ ਜਾਂਦੇ ਆ, ਕਿਉਂਕਿ ਬ੍ਰਾਹਮਣ ਨੇ ਬਣਾਇਆ ਨਾ। ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਵੀ ਆਪਣੀ ਕਿਤਾਬ ਰਿਲੀਜਨ ਹਿੰਦੂਇਜ਼ਮ ਚ ਧੋ ਧੋ ਕੇ ਮਾਰਿਆ ਉਹਨਾਂ ਦੇ ਗ੍ਰੰਥਾਂ ਦੇ ਵਿੱਚੋਂ ਕਥਾ ਕਹਾਣੀਆਂ ਚੱਕ ਕੇ, ਵੇਦਾਂ ਸ਼ਾਸਤਰਾਂ ਸਮ੍ਰਿਤੀਆਂ, ਰਮਾਇਣ ਗੀਤਾ ਮਹਾਭਾਰਤ ਚੋਂ, ਉਪਨਿਸ਼ਦਾਂ ਚੋਂ, ਕਿਉਂਕਿ ਅਸੀਂ ਪੜ੍ਹਿਆ ਨਹੀਂ। ਮੈਂ ਤਾਂ ਕਹਿੰਦਾ ਅਸੀਂ ਬਾਬਾ ਸਾਹਿਬ ਨੂੰ ਪੜ੍ਹ ਲਈਏ, ਸਾਨੂੰ ਬਾਕੀ ਪੁਰਖਿਆਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ, ਕਿਉਂਕਿ ਵਿਚਾਰਧਾਰਾ ਇੱਕ ਆ। ਹਾਂਜੀ, ਕਿਉਂਕਿ ਅਸੀਂ ਨਾ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਮੰਨਣੀ ਆ। ਹੁਣ ਬੁੱਧ ਪਾਣੀ ਦੀ ਗੱਲ ਕਰਦੇ ਆ, ਗੁਰੂ ਨਾਨਕ ਸਾਹਿਬ ਵੀ ਗੱਲ ਕਰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਲੇਕਿਨ ਸਾਨੂੰ ਜੋ ਪੰਜਾਬ 'ਚ ਪਾਣੀ ਦੀ ਹਾਲਤ ਆ, ਜੋ ਹਵਾ ਦੀ ਹਾਲਤ ਆ, ਜੋ ਧਰਤੀ ਦੀ ਹਾਲਤ ਆ, ਅਸੀਂ ਉੱਤੇ ਕਦੀ ਵਿਚਾਰਾਂ ਨਹੀਂ ਕੀਤੀਆਂ। ਸਾਡੇ ਵਿਦਵਾਨਾਂ ਨੇ, ਸਾਡੇ ਸੰਤਾਂ ਨੇ ਪਵਨ ਨੂੰ ਸਾਹਮਣਾ ਹੀ ਪਵਨ ਗੁਰੂ ਆ, ਧਰਤੀ ਮਾਤਾ ਆ, ਪਾਣੀ ਪਿਤਾ ਆ। ਅੱਜ ਤਾਂ ਸਭ ਕੁਝ ਦੂਸ਼ਿਤ ਹੋ ਗਿਆ, ਲੇਕਿਨ ਅਸੀਂ ਗੱਲਾਂ ਨਹੀਂ ਕਰਨੀ। ਜਿਹੜੇ ਸਾਡੇ ਪੁਰਖੇ 33 ਕਰੋੜ ਦੇਵੀ ਦੇਵਤਿਆਂ ਦਾ ਖੰਡਨ ਕਰਦੇ ਆ, 84 ਲੱਖ ਜੂਨਾਂ ਦਾ ਖੰਡਨ ਕਰਦੇ ਆ, ਕਹਿੰਦੇ ਮਤ ਭਰਮੋ 33 ਕਰੋੜ ਹੈ ਖੇਲ ਖਾਨਾ, 84 ਲੱਖ ਫਿਰੇ ਦੀਵਾਨਾ, ਮਤ ਭਰਮਤ ਕੋਈ। ਪਰ ਅਸੀਂ ਭਰਮੇ ਫਿਰਦੇ ਆ, ਕਿਉਂਕਿ ਸਾਨੂੰ ਜੋ ਸਾਧ ਸਿਖਾਉਂਦੇ ਆ, ਪ੍ਰਮਾਣਿਤ ਲੋਕ ਸਾਨੂੰ ਸੁਣਾਉਂਦੇ ਆ, ਅਸੀਂ ਉਹ ਸੁਣਦੇ ਆ। ਅਸੀਂ ਆਪਣੇ ਆਪਣੇ ਪੁਰਖਿਆਂ ਨੂੰ ਨਹੀਂ ਪੜ੍ਹਦੇ। ਇੱਕ PhD ਡਾਕਟਰ ਇੰਜੀਨੀਅਰ ਵਕੀਲ ਜੱਜ ਜਾ ਕੇ ਅਨਪੜ੍ਹ ਸਾਧਾਂ ਨੂੰ ਮੱਥਾ ਟੇਕਦੇ ਆ। ਇਦੋਂ ਵੱਧ ਗਿਰਾਵਟ ਹੋਰ ਕੀ ਹੋ ਸਕਦੀ ਸਮਾਜ ਦੀ। ਔਰ ਸਵਾਲ ਨਹੀਂ ਅਸੀਂ ਕਰਦੇ। ਔਰ ਕਿਹੜੇ ਰਾਮ ਰਸਾਇਣ ਦੀ ਗੁਰੂ ਸਾਹਿਬ ਗੱਲ ਕਰਦੇ ਆ, ਉਹ ਰਾਮਚੰਦਰ ਦੀ ਗੱਲ ਨਹੀਂ ਕਰਦੇ। ਉਹ ਜਿਹੜੇ 5 ਤੱਤਾਂ 'ਚ ਰਮਿਆ ਆ, ਰਸਾਇਣ ਆ, ਧਰਤੀ ਆਕਾਸ਼ ਪਤਾਲ, ਜੋ ਧਰਤੀ ਬ੍ਰਹਿਮੰਡ 'ਚ ਦਿਸ ਰਿਹਾ ਆ, ਸਤਿਗੁਰੂ ਰਵਿਦਾਸ ਸਤਿਗੁਰੂ ਨਾਮਦੇਵ ਉਸ ਰਾਮ ਦੀ ਗੱਲ ਕਰਦੇ ਆ। ਪਰ ਸਾਡੇ ਪੁਰਖੇ ਤਾਂ ਸਾਨੂੰ ਉਹਨਾਂ ਕਰਮ ਕਾਂਡਾਂ ਤੋਂ ਉਠਾਉਂਦੇ ਆ। ਹੁਣ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ 27 ਅਕਤੂਬਰ ਔਰ 28 ਅਕਤੂਬਰ 1951 ਨੂੰ ਜਲੰਧਰ ਪੰਜਾਬ 'ਚ ਆਉਂਦੇ ਆ, ਤੇ ਬੂਟਾ ਮੰਡੀ ਵਿਖੇ ਉਹ ਲੈਕਚਰ ਦਿੰਦੇ, ਕਹਿੰਦੇ ਆ ਜਾਓ ਆਪਣੀਆਂ ਕੰਧਾਂ ਤੇ ਲਿਖ ਲਓ, ਜਾਓ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖ ਲਓ ਵੀ ਅਸੀਂ ਇਸ ਦੇਸ਼ ਦੇ ਸ਼ਾਸਕ ਬਣਨਾ ਆ। ਇਹਦਾ ਮਤਲਬ ਇਹ ਸੀ ਵੀ ਆਪਣੇ ਮਨਾਂ 'ਚ ਵਸਾ ਲਓ, ਇਹ ਦੇਸ਼ ਦੇ ਹੀ ਸ਼ਾਸਕ ਰਾਜੇ ਬਣਨਾ ਆ। ਪਰ ਅਸੀਂ ਕੀ ਕੀਤਾ? ਅਸੀਂ ਡੇਰਿਆਂ 'ਚ ਗਏ, ਅਸੀਂ ਬਾਬਾ ਦੇ ਗਏ, ਅਸੀਂ ਮਾਤਾ ਦੇ ਗਏ, ਅਸੀਂ ਪੀਰਾਂ ਦੇ ਗਏ। ਜੈ ਪੀਰਾਂ ਦੀ, ਜੈ ਮਾਸਤਾਂ ਦੀ, ਜੈ ਸੰਤਾਂ ਦੀ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਅਸੀਂ ਇਹ ਲਿਖਿਆ, ਰਾਧਾ ਸੁਆਮੀ ਲਿਖਿਆ, ਜੈ ਬਾਬੇ ਬਾਲਕ ਨਾਥ ਦੀ ਲਿਖਿਆ। ਬਾਬਾ ਸਾਹਿਬ ਦੀ ਗੱਲ ਨਹੀਂ ਸੁਣੀ। ਜੇ ਬਾਬਾ ਸਾਹਿਬ ਦੀ ਗੱਲ ਸੁਣੀ ਹੁੰਦੀ ਤੇ ਅੱਜ ਸਾਡੀ ਇਹ ਦਸ਼ਾ ਨਹੀਂ ਹੁੰਦੀ। ਨਾ ਅਸੀਂ ਬੁੱਧ ਨੂੰ ਸੁਣਿਆ, ਨਾ ਸਤਿਗੁਰੂ ਕਬੀਰ ਸਾਹਿਬ ਨੂੰ, ਨਾ ਸਤਿਗੁਰੂ ਰਵਿਦਾਸ ਨੂੰ, ਨਾ ਸਤਿਗੁਰੂ ਨਾਮਦੇਵ ਜੀ ਨੂੰ, ਨਾ ਸਤਿਗੁਰੂ ਨਾਨਕ ਦੇਵ ਜੀ ਨੂੰ, ਔਰ ਨਾ ਹੀ ਅਸੀਂ ਬਾਬਾ ਸਾਹਿਬ ਦੀ ਗੱਲ ਮੰਨੀ ਆ। ਅਸੀਂ ਮੰਨੀ ਆ ਸਾਧਾਂ ਦੀ, ਅਸੀਂ ਗੱਲ ਮੰਨੀ ਆ ਬ੍ਰਾਹਮਣਾਂ ਦੀ। ਉਹਨਾਂ ਸੰਤਾਂ ਨੂੰ ਅਸੀਂ ਸਲੂਟ ਕਰਦੇ ਆ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਗੱਲ ਕਰਦੇ ਆ। ਉਹਨਾਂ ਨੂੰ ਸਲੂਟ ਕਰਦੇ ਆ ਜਿਹੜੇ ਜੋਤੀਬਾ ਫੂਲੇ ਜਾਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੀ ਗੱਲ ਕਰਦੇ ਆ। ਕਿਉਂਕਿ ਸਾਰੇ ਕੁਝ ਨਹੀਂ ਹੋ ਸਕਦੇ, ਕੋਈ ਨਾ ਕੋਈ ਤਾਂ ਸੋਚ ਇੱਕ ਦਾ ਚੰਗਾ ਹੁੰਦਾ ਹੀ ਆ। ਪਰ ਸੰਤ ਹੈ ਕੌਣ ਆ? ਹੁਣ ਸੰਤ ਦੇ ਗੁਣ ਕੀ ਆ? ਗੁਰੂ ਰਵਿਦਾਸ ਜੀ ਦੱਸਦੇ ਆ, ਰਵਿਦਾਸ ਸਾਧੂ ਸੋ ਭਲਾ ਜੋ ਰਹੇ ਸਦਾ ਨਿਰਵੈਰ, ਸੁਖਦਾਈ ਸਮਤਾ ਗ੍ਰਹਿ ਸਭ ਕੀ ਮੰਗੇ ਖੈਰ। ਰਵਿਦਾਸ ਸਾਧੂ ਸੋ ਭਲਾ ਜੋ ਜਾਣੇ ਪਰਾਈ ਪੀਰ, ਪਰ ਪੀੜਾ ਕੋ ਜਾਣ ਕੇ ਰਹੇ ਸਦਾ ਅਧੀਰ।
ਕੋਈ ਹੈ ਇਹੋ ਜਿਹਾ ਸੰਤ ਅੱਜ? ਕੋਈ ਬਿਰਲਾ ਹੋਵੇਗਾ। ਇਹ ਸੰਤ ਸੀਗੇ ਗੁਰੂ ਰਵਿਦਾਸ, ਇਹ ਸੰਤ ਸੀਗੇ ਸਤਿਗੁਰੂ ਨਾਮਦੇਵ, ਸਤਿਗੁਰੂ ਕਬੀਰ ਸਾਹਿਬ, ਇਹ ਸੰਤ ਸੀ ਸਤਿਗੁਰੂ ਨਾਨਕ ਦੇਵ, ਇਹ ਸੰਤ ਸੀ ਬਾਬਾ ਸਾਹਿਬ ਡਾਕਟਰ ਅੰਬੇਦਕਰ, ਜਿਨ੍ਹਾਂ ਨੇ ਸਮਾਜ ਦੇ ਦਰਦ ਨੂੰ ਜਾਣ ਕੇ, ਪੀੜ ਨੂੰ ਜਾਣ ਕੇ ਉਹਦਾ ਇਲਾਜ ਕੀਤਾ ਔਰ ਚਿੰਤਤ ਹੋਏ ਆ ਔਰ ਆਪਾ ਬਾਰ ਦਿੱਤਾ। ਇਹ ਭਗਤੀ ਆ। ਭਗਤ ਕਰੇ ਕੋਈ ਸੂਰਮਾ, ਜਾਤ ਵਰਨ ਕੁਲ ਖੋਏ। ਇਹ ਭਗਤੀ ਸੀ। ਅੱਖਾਂ ਮੀਟਣ ਵਾਲੀ ਭਗਤੀ ਸਾਡੇ ਕਿਸੇ ਪੁਰਖੇ ਨੇ ਨਹੀਂ ਕੀਤੀ, ਨਾ ਰੱਬ ਨੂੰ ਪਾਉਣ ਦੀ ਗੱਲ ਕੀਤੀ ਆ। ਇਹ ਤਾਂ ਬ੍ਰਾਹਮਣ ਨੇ ਕਥਾ ਕਹਾਣੀਆਂ ਕਰਕੇ ਸਾਨੂੰ ਐਦਾਂ ਦਾ ਅਲਝਾਇਆ ਵੀ ਅਸੀਂ ਉਹਦੇ ਜੋਗੇ ਰਹਿ ਗਏ, ਆਪਣੇ ਪੁਰਖਿਆਂ ਦੀ ਵਿਚਾਰਧਾਰਾ ਨੂੰ ਅੱਜ ਤੱਕ ਨਹੀਂ ਸਮਝਦੇ। ਪਥਰੀਆਂ ਹੀ ਤਰਾਈ ਗਏ, ਜੰਜੂ ਕਢਾਏ ਗਏ, ਮਾਂ ਗੰਗਾ ਨੂੰ ਦਮੜੀਆਂ ਹੀ ਪਹੁੰਚਾਈ ਗਏ, ਜਦ ਕਿ ਅਜਿਹਾ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਕੁਝ ਹੋਇਆ ਹੀ ਨਹੀਂ। ਇਹ ਬ੍ਰਾਹਮਣ ਨੇ ਸਾਨੂੰ ਪੁੱਠਾ ਗੇੜ ਦੇਣ ਲਈ ਕਾਊਂਟਰ ਰੈਵੋਲਿਊਸ਼ਨ ਕਰਕੇ ਸਾਡੇ ਪੁਰਖਿਆਂ ਦੀ ਜਿਹੜੀ ਬਗਾਵਤ ਸੀ, ਕ੍ਰਾਂਤੀ ਦੀ ਵਿਚਾਰਧਾਰਾ ਸੀ, ਮਨੁੱਖੀ ਅਧਿਕਾਰਾਂ ਦੀ ਵਿਚਾਰਧਾਰਾ ਸੀ, ਉਹਨੂੰ ਭਗਤੀ ਲਹਿਰ ਵਿੱਚ ਬਦਲ ਦਿੱਤਾ ਔਰ ਉਹ 100% ਕਾਮਯਾਬ ਹੋ ਗਿਆ, ਕਿਉਂਕਿ ਉਹ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਨੂੰ ਸਮਝ ਗਿਆ ਸੀ। ਅਸੀਂ ਅੱਜ ਤੱਕ ਨਹੀਂ ਸਮਝੇ ਕਿ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਹੈ ਕੀ ਆ। ਸੋ ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਬਹੁਤ ਅੱਛਾ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਔਰ ਮੈਂ ਸਮਝਿਆ ਵੀ ਤੁਹਾਡੀਆਂ ਗੱਲਾਂ 'ਚ ਥੋੜ੍ਹੀਆਂ ਗੱਲਾਂ ਕੁਛ ਮੈਂ ਵੀ ਐਡ ਕਰਾਂ ਔਰ ਕੋਸ਼ਿਸ਼ ਕਰੀਏ ਤੇ ਆਪਾਂ ਇਹਨਾਂ 'ਤੇ ਚੱਲੀਏ ਵੀ। ਉਹਨਾਂ ਸਾਥੀਆਂ ਨੂੰ ਸਲੂਟ ਆ ਜਿਹੜੇ ਆਪਣੇ ਪੁਰਖਿਆਂ ਦੀ ਵਿਚਾਰਧਾਰਾ 'ਤੇ ਚੱਲਦੇ ਆ ਔਰ ਸਮਾਜ ਨੂੰ ਜਾਗਰਤ ਕਰ ਰਹੇ ਆ ਔਰ ਨਵੇਂ ਸਾਥੀਆਂ ਨੂੰ ਜੋੜ ਰਹੇ ਆ। ਉਹਨਾਂ ਦਾ ਇੱਕ ਵਾਰ ਤਹਿ ਦਿਲੋਂ ਧੰਨਵਾਦ ਔਰ ਸਲੂਟ ਆ ਜੀ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।